ਜੇ ਅਸਲ ਵਿੱਚ ਆਨੰਦ ਮੈਰਿਜ ਐਕਟ ਤੁਸੀਂ ਬਣਾਉਣਾ ਵਾ ਤੇ ਉਹਦੇ ਲਈ ਫਿਰ ਪਾਰਲੀਮੈਂਟ ਵਿੱਚ ਦੁਬਾਰਾ ਇੱਕ ਪ੍ਰੋਪਰ ਬਿੱਲ ਪੇਸ਼ ਕੀਤਾ ਜਾਣਾ ਪਵੇਗਾ। ਉਹਦੀ ਪ੍ਰੋਪਰ ਸੋਧ ਹੋਵੇਗੀ ਕਾਨੂੰਨ ਦੇ ਵਿੱਚ, ਜਿੱਦਾਂ ਮੁਸਲਮਾਨਾਂ ਦੇ ਕੋਲ ਉਹਨਾਂ ਦੇ ਕੋਲ ਇੱਕ ਵੱਖਰਾ ਕਾਨੂੰਨ ਹੈ ਬਕਾਇਦਾ ਇਸ ਦੇਸ਼ ਵਿੱਚ। ਲੇਕਿਨ ਭਗਵੰਤ ਮਾਨ ਵੱਲੋਂ ਸਿੱਖਾਂ ਨੂੰ ਇਹ ਕਹਿਣਾ ਕਿ ਇੱਕ ਬਹੁਤ ਵੱਡਾ ਤੋਹਫਾ ਦੇਣ ਜਾ ਰਿਹਾ ਕਿ ਮੈਂ ਤੁਹਾਨੂੰ ਆਨੰਦ ਮੈਰਿਜ ਐਕਟ ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਿਹਾ, ਉਹ ਮਹਿਜ਼ ਰਜਿਸਟ੍ਰੇਸ਼ਨ। ਜਿਹੜਾ ਇਹਦਾ ਸੁਪਰੀਮੋ ਹੈ ਅਰਵਿੰਦ ਕੇਜਰੀਵਾਲ। ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਗੁਜਰਾਤ ਤੇ ਹਿਮਾਚਲ ਦੀਆਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹਿੰਦੂਆਂ ਦੀ ਵੋਟਾਂ ਲੈਣ ਦੇ ਖਾਤਰ ਉਸਨੇ ਇੱਥੋਂ ਤੱਕ ਗਿਆ ਵਾ ਕਿ ਇਸ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ। ਉਹਦੇ ਵਿੱਚ ਹੀ ਬਾਕੀ ਧਰਮਾਂ ਦੀਆਂ ਵੀ ਸਾਰੀਆਂ ਜਿਹੜੀਆਂ ਰੀਤੀ ਰਿਵਾਜ ਜੋ ਉਹਨਾਂ ਦੀਆਂ ਅਲੱਗ ਪਹਿਚਾਣ ਹੈ ਉਹ ਸਾਰਾ ਕੁਝ ਖਤਮ ਕਰਕੇ ਇੱਕੋ ਹੀ ਐਕਟ ਦੇ ਤਹਿਤ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਸਾਰਾ ਕੁਝ ਕੀਤਾ ਜਾਵੇਗਾ, ਜਿਹੜਾ ਕਿ ਘੱਟ ਗਿਣਤੀਆਂ ਲਈ, ਖਾਸ ਤੌਰ ਤੇ ਸਿੱਖਾਂ ਲਈ, ਮੁਸਲਮਾਨਾਂ ਲਈ ਅਤੇ ਹੋਰ ਮਾਈਨੋਰਿਟੀਜ਼ ਜਿਹੜੀਆਂ ਇਸ ਦੇਸ਼ ਵਿੱਚ ਨੇ, ਈਸਾਈ ਵਰਗ, ਸਾਰਿਆਂ ਲਈ ਬੜਾ ਘਾਤਕ ਇੱਕ ਫੈਸਲਾ ਹੋਵੇਗਾ। ਤੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਥੋੜੀ ਸ਼ਰਮਿੰਦਗੀ ਹੋਣੀ ਕਿ ਮੈਨੂੰ ਪੰਜਾਬ ਦੇ ਵਿੱਚ ਸਿੱਖ ਕੀ ਕਹਿਣਗੇ, ਤੇ ਉਸਨੇ ਕਿਹਾ ਜੀ ਮੈਂ ਆਨੰਦ ਮੈਰਿਜ ਜਿਹੜਾ ਐਕਟ ਹੈ ਉਹ ਲਾਗੂ ਕਰਨ ਜਾ ਰਿਹਾ, ਸਿਰਫ ਰਜਿਸਟ੍ਰੇਸ਼ਨ ਪਰਪਸ ਹੈ, ਉਹਦੇ 'ਚ ਨਾ ਕੋਈ ਹੋਰ ਸਾਡੀ ਅਦਾਲਤ ਹੈ, ਨਾ ਕੋਈ ਸਾਡਾ ਕਾਨੂੰਨ ਹੈ, ਨਾ ਕੋਈ ਰੈਜ਼ੋਲੂਸ਼ਨ ਹੈ, ਨਾ ਕੋਈ ਜਿਹੜੇ ਮੈਂ ਇਸ਼ੂਜ਼ ਪੜ੍ਹੇ ਨੇ, ਕੋਈ ਡਿਵੋਰਸ ਪ੍ਰੋਸੀਡਿੰਗਸ, ਕੋਈ ਮੇਨਟੇਨੇਬਿਲਿਟੀ, ਕੁਝ ਵੀ ਨਹੀਂ ਆ ਸਕਦਾ ਉਹਦੇ ਵਿੱਚ। ਆਹ ਅਸਲੀਅਤ ਭਗਵੰਤ ਸਿੰਘ ਮਾਨ ਦੀ। 1699 ਵਿੱਚ ਜਦੋਂ ਗੁਰੂ ਖਾਲਸੇ ਦੀ ਸਿਰਜਣਾ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਸਾਨੂੰ ਅਲੱਗਾ ਕਰ ਦਿੱਤਾ ਇਨ ਦ ਸੈਂਸ ਕਿ ਸਾਡਾ ਮਰਨਾ, ਜੰਮਣਾ, ਸਾਡਾ ਰੀਤੀ ਰਿਵਾਜ, ਉੱਠਣਾ ਬੈਠਣਾ, ਖਾਣਾ ਪਹਿਨਣਾ, ਉਹ ਸਾਰਾ ਜਿਹੜਾ ਇੱਕ ਸੈਪਰੇਟ ਹੈ, ਇੱਕ ਜਿੱਦਾਂ ਸੈਪਰੇਟ ਧਰਮ ਹੁੰਦਾ ਵਾ। ਲੇਕਿਨ ਉਹਦੀ ਪ੍ਰਵਾਨਗੀ ਇਸ ਲਈ ਨਹੀਂ ਮਿਲੀ ਕਿਉਂਕਿ ਬਾਦਲ ਸਾਹਿਬ ਨੂੰ ਬੀਜੇਪੀ ਦੇ ਨਾਲ ਸਮਝੌਤਾ ਹੋ ਗਿਆ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਵਾਂ ਆਨੰਦ ਮੈਰਿਜ ਐਕਟ ਦੀ। ਪਿਛਲੇ ਦਿਨੀ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਕਿ ਇੱਕ ਬਹੁਤ ਵੱਡਾ ਫੈਸਲਾ ਅਸੀਂ ਲੈਣ ਜਾ ਰਹੇ ਹਾਂ, ਪੰਜਾਬ ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰਾਂਗੇ। ਇਹਦੀ ਅਸਲੀਅਤ ਇਹ ਹੈ ਕਿ ਆਨੰਦ ਮੈਰਿਜ ਐਕਟ ਸਵਾਏ ਰਜਿਸਟ੍ਰੇਸ਼ਨ ਪਰਪਸ ਤੋਂ ਇਹਦੇ ਵਿੱਚ ਹੋਰ ਕੁਝ ਨਹੀਂਗਾ। ਨਾਰਮਲ ਜਿਹੜਾ ਸਾਡੇ ਰੀਤੀ ਰਿਵਾਜ ਸਿੱਖਾਂ ਦੇ ਪੰਜਾਬ ਦੇ ਵਿੱਚ ਜਿਹੜਾ ਆਪਾਂ ਆਨੰਦ ਮੈਰਿਜ ਆਨੰਦ ਕਾਰਜ ਕਰਦੇ ਆ, ਇਹ ਸਾਰਾ ਜਿਹੜਾ ਹਿੰਦੂ ਮੈਰਿਜ ਐਕਟ ਹੈ 1955 ਦਾ ਬਣਿਆ ਸਾਡੇ ਦੇਸ਼ ਦੇ ਵਿੱਚ, ਇਹ ਉਹਦੇ ਨਾਲ ਹੀ ਗਵਰਨ ਹੁੰਦਾ ਵਾ। ਸਿਰਫ ਇੱਕ 2012 ਦੇ ਵਿੱਚ ਪਾਰਲੀਮੈਂਟ ਵਿੱਚ ਇੱਕ ਛੋਟੀ ਜਿਹੀ ਅਮੈਂਡਮੈਂਟ ਕੀਤੀ ਗਈ ਸੈਕਸ਼ਨ 6 ਦੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਨੰਦ ਕਾਰਜ ਦੀ ਵੀ ਰਜਿਸਟ੍ਰੇਸ਼ਨ ਅਸੀਂ ਅਲਾਉ ਕਰਦੇ ਆ, ਪਰ ਕਰਾਂਗੇ ਉਸੇ ਹਿੰਦੂ ਮੈਰਿਜ ਐਕਟ 1955 ਦੇ ਤਹਿਤ। ਸੋ ਸਿਰਫ ਇੱਕ ਰਜਿਸਟ੍ਰੇਸ਼ਨ ਦੀ ਆਗਿਆ ਦਿੱਤੀ ਗਈ ਔਰ ਉਸ ਨੂੰ ਨੋਟੀਫਾਈ ਕਰ ਦਿੱਤਾ ਸਾਰੇ ਦੇਸ਼ ਵਿੱਚ। ਮੇਰਾ ਖਿਆਲ ਹੈ ਜਿਹੜੇ ਲੋਕ ਰਜਿਸਟਰ ਕਰਾਉਣਾ ਚਾਹੁੰਦੇ ਨੇ ਆਨੰਦ ਕਾਰਜ ਆਪਣੇ, ਉਹ ਅੱਜ ਵੀ ਪੰਜਾਬ ਦੇ ਵਿੱਚ ਉਹ ਰਜਿਸਟ੍ਰੇਸ਼ਨ ਜਿਹੜੀ ਕਰਾ ਸਕਦੇ ਨੇ। ਜੇ ਅਸਲ ਵਿੱਚ ਆਨੰਦ ਮੈਰਿਜ ਐਕਟ ਤੁਸੀਂ ਬਣਾਉਣਾ ਵਾ ਤੇ ਉਹਦੇ ਲਈ ਫਿਰ ਪਾਰਲੀਮੈਂਟ ਵਿੱਚ ਦੁਬਾਰਾ ਇੱਕ ਪ੍ਰੋਪਰ ਬਿੱਲ ਪੇਸ਼ ਕੀਤਾ ਜਾਣਾ ਪਵੇਗਾ। ਉਹਦੀ ਪ੍ਰੋਪਰ ਸੋਧ ਹੋਵੇਗੀ ਕਾਨੂੰਨ ਦੇ ਵਿੱਚ, ਜਿੱਦਾਂ ਮੁਸਲਮਾਨਾਂ ਦੇ ਕੋਲ ਜਿਹੜਾ ਮੁਸਲਿਮ ਪਰਸਨਲ ਲਾਅ ਦੇ ਤਹਿਤ ਉਹਨਾਂ ਦੇ ਕੋਲ ਇੱਕ ਵੱਖਰਾ ਕਾਨੂੰਨ ਹੈ ਬਕਾਇਦਾ ਇਸ ਦੇਸ਼ ਵਿੱਚ। ਉਹਨਾਂ ਦੇ ਉੱਤੇ ਹਿੰਦੂ ਮੈਰਿਜ ਐਕਟ 1955 ਲਾਗੂ ਨਹੀਂ ਹੁੰਦਾ ਮੁਸਲਮਾਨਾਂ ਦੇ ਉੱਤੇ, ਕਿਉਂਕਿ ਉਹਨਾਂ ਦੇ ਆਪਣੇ ਧਰਮ ਦੇ ਅਨੁਸਾਰ ਜੋ ਉਹਨਾਂ ਦਾ ਡਿਵੋਰਸ ਪ੍ਰੋਸੀਡਿੰਗਸ ਆ ਉਹ 3 ਵਾਰ ਤਲਾਕ ਕਹਿੰਦੇ ਨੇ ਤੇ ਤਲਾਕ ਦਿੱਤਾ ਜਾਂਦਾ, ਜਾਂ ਉਹਦੀ ਮੇਨਟੇਨੈਂਸ ਆ, ਜਾਂ ਉਹਦੇ ਜਿਹੜੇ ਹੋਰ ਹੈਗੇ ਉਹ ਅਦਾਲਤਾਂ ਇੱਕ ਸਪੈਸ਼ਲ ਲਾਅ ਦੇ ਤਹਿਤ ਮੁਸਲਮਾਨਾਂ ਦੀਆਂ ਜਿਹੜੀਆਂ ਸ਼ਾਦੀ ਦੇ ਇਸ਼ੂਜ਼ ਹੈਗੇ ਉਹ ਸਾਰੇ ਉਸ ਦੇ ਤਹਿਤ ਗਵਰਨ ਹੁੰਦੇ ਨੇ। ਲੇਕਿਨ ਸਿੱਖਾਂ ਦਾ ਅੱਜ ਤੱਕ ਕੋਈ ਅਲੱਗਾ ਕਾਨੂੰਨ ਨਹੀਂਗਾ। ਇੱਕ ਵਾਰ 2016 ਦੇ ਵਿੱਚ ਡਾਕਟਰ ਗਾਂਧੀ, ਜਿਹੜੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਸੀ ਪਟਿਆਲੇ ਤੋਂ, ਬਹੁਤ ਵਿਦਵਾਨ, ਹੋਣਹਾਰ ਔਰ ਇੱਕ ਹਿੰਦੂ ਹੋਣ ਦੇ ਬਾਵਜੂਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁਕੰਮਲ ਤੌਰ ਤੇ ਸਮਝਦੇ ਹੋਏ ਉਹਨਾਂ ਨੇ ਇੱਕ ਲੋਕ ਸਭਾ ਦੇ ਵਿੱਚ ਬਿੱਲ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ। ਇਹਨੂੰ ਪ੍ਰਾਈਵੇਟ ਮੈਂਬਰਸ ਬਿੱਲ ਵੀ ਕਹਿ ਦਿੰਦੇ ਨੇ। ਅਗਰ ਇਹ ਬਿੱਲ ਪਾਸ ਹੋਵੇ ਤਾਂ ਫਿਰ ਜਿਹੜਾ ਇਸ ਨੂੰ ਉਹਨਾਂ ਨੇ ਨਾਮ ਦਿੱਤਾ ਸੀ ਦ ਸਿੱਖ ਮੈਰਿਜ ਬਿੱਲ 2016। ਫਿਰ ਇਹਦੇ ਵਿੱਚ ਜਿਹੜੇ ਸਾਡੇ ਸ਼ਾਦੀ ਨੂੰ ਲੈ ਕੇ, ਰੀਤੀ ਰਿਵਾਜਾਂ ਨੂੰ ਲੈ ਕੇ ਜਿਹੜੇ ਮੁਕੰਮਲ ਰੈਜ਼ੋਲੂਸ਼ਨ ਹੈ ਉਹਨਾਂ ਦਾ ਹੱਲ ਆ, ਉਹ ਫਿਰ ਅਲੱਗਾ ਕਾਨੂੰਨ ਦੇ ਤਹਿਤ ਹੋ ਸਕਦਾ ਵਾ। ਉਹਦੇ ਚ ਜਿੱਦਾਂ ਮਿਸਾਲ ਦੇ ਤੌਰ ਤੇ ਰੈਸਟੀਟਿਊਸ਼ਨ ਆਫ ਕੰਜੂਨਲ ਰਾਈਟਸ ਐਂਡ ਜੁਡੀਸ਼ੀਅਲ ਸੈਪਰੇਸ਼ਨ ਜਾਂ ਨਲਿਟੀ ਆਫ ਮੈਰਿਜ, ਜਦੋਂ ਕੋਈ ਡਿਵੋਰਸ ਹੋਣਾ, ਜਿਹੜਾ ਵਿਆਹ ਹੈ ਉਹ ਖਤਮ ਕੀਤਾ ਜਾਣਾ ਤੇ ਉਹਦਾ ਇੱਕ ਕਾਨੂੰਨ, ਮੇਨਟੇਨੈਂਸ ਐਂਡ ਕਸਟਡੀ, ਜੂਰਿਸਡਿਕਸ਼ਨ ਪ੍ਰੋਸੀਜਰ, ਇਹ ਕਾਫੀ ਅੱਛਾ ਉਹਨਾਂ ਨੇ ਮਿਹਨਤ ਕਰਕੇ ਇੱਕ ਪ੍ਰੋਪਰ ਬੜਾ ਡਿਟੇਲਡ ਬਿੱਲ ਤਿਆਰ ਕੀਤਾ। ਕਿਉਂਕਿ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਦਾ ਬਿੱਲ ਨੂੰ ਕੋਈ ਜਦ ਤੱਕ ਕੋਈ ਮੈਜੋਰਿਟੀ ਨਹੀਂ ਹੁੰਦੀ ਉਦੋਂ ਤੱਕ ਇਹ ਬਿੱਲ ਪਾਸ ਨਹੀਂ ਹੋ ਸਕਦਾ, ਇਸ ਕਰਕੇ ਉਹਨਾਂ ਦਾ ਬਿੱਲ ਪਾਸ ਨਹੀਂ ਹੋਇਆ।
लेकिन भगवंत मान वालों सिखां नूं इह कहना कि एक बहुत वड्डा तोहफा देण जा रहा कि मैं तुहानूं आनंद मैरिज एक्ट पंजाब दे विच लागू करन जा रहा, वो महज रजिस्ट्रेशन है। और इसलिए किया भगवंत मान ने क्योंकि जिहड़ा इहदा सुप्रीमो है अरविंद केजरीवाल, तुहानूं सब नूं अच्छी तरह पता कि गुजरात ते हिमाचल दीआं इलैक्शनां नूं मद्देनज़र रखदे हिंदुआं दी वोटां लैण दे खातर उसने इत्थों तक गया वा कि इस देश विच यूनीफॉर्म सिविल कोड होना चाहिए। मतलब जे अगर केजरीवाल दा वस चले जिहड़ा कि बीजेपी दे एजेंडे नूं फॉलो कर रहा, उस हिसाब नाल फिर सारे धर्मां दा जिहड़े रीति रिवाज भावें किसी दे कोई अलग होण, फिर सारे धर्मां नूं एक यूनीफॉर्म सिविल कोड लागू होवेगा। उहदे फिर मुस्लिम पर्सनल लॉ भी उड़ जावेगा, ਉਹਦੇ ਵਿੱਚ ਹੀ ਬਾਕੀ ਧਰਮਾਂ ਦੀਆਂ ਵੀ ਸਾਰੀਆਂ ਜਿਹੜੀਆਂ ਜੋ ਉਹਨਾਂ ਦੇ ਰੀਤੀ ਰਿਵਾਜ ਜੋ ਉਹਨਾਂ ਦੀਆਂ ਅਲੱਗ ਪਹਿਚਾਨ ਹੈ ਉਹ ਸਾਰਾ ਕੁਝ ਖਤਮ ਕਰਕੇ ਇੱਕੋ ਹੀ ਐਕਟ ਦੇ ਤਹਿਤ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਸਾਰਾ ਕੁਝ ਕੀਤਾ ਜਾਵੇਗਾ, ਜਿਹੜਾ ਕਿ ਘੱਟ ਗਿਣਤੀਆਂ ਲਈ ਖਾਸ ਤੌਰ ਤੇ ਸਿੱਖਾਂ ਲਈ, ਮੁਸਲਮਾਨਾਂ ਲਈ ਅਤੇ ਹੋਰ ਮਾਈਨੋਰਿਟੀਜ਼ ਜਿਹੜੀਆਂ ਇਸ ਦੇਸ਼ ਵਿੱਚ ਨੇ, ਈਸਾਈ ਵਰਗ, ਸਾਰਿਆਂ ਲਈ ਬੜਾ ਘਾਤਕ ਇੱਕ ਫੈਸਲਾ ਹੋਵੇਗਾ। ਅਰਵਿੰਦ ਕੇਜਰੀਵਾਲ ਇਹ ਕਹਿ ਰਿਹਾ ਵਾ तो भगवंत मान मैनूं लगदा थोड़ी शर्मिंदगी होनी कि मैनूं पंजाब दे विच सिख की कहणगे, तो उसने कहा जी मैं आनंद मैरिज जिहड़ा एक्ट है वो लागू करन जा रहा, सिर्फ रजिस्ट्रेशन पर्पस है, उहदे च ना कोई होर साडी अदालत है, ना कोई साडा कानून है, ना कोई रेजोल्यूशन है, ना कोई जिहड़े मैं इशूज पढ़े ने, कोई डिवोर्स प्रोसीडिंग्स, कोई मेनटेनेबिलिटी, कुछ भी नहीं आ सकता उहदे विच। आ असलीयत भगवंत सिंह मान दी है। या तो उसने आनंद मैरिज एक्ट नूं अच्छी तरह समझिया ही नहीं, या उसनूं एहसास नहीं गा कि इहदे विच सवाए रजिस्ट्रेशन पर्पस सैक्शन 6 तो इलावा कुछ नहीं गा, ते उसने उदा ही कह दिता कि चलो इन्ने ने कहण नाल मेरे नाल शायद पंजाब दे लोग जिहड़े सिख ने खुश हन, या फिर उसदे मन विच कोई बेईमानी है कि आपां नूं एवें मूर्ख समझदा, आपां सब नूं एक गुमराह कुन प्रोपेगेंडे दे तहत लिया के उन्हें वो बयान दे दिता। जरूरत है इसकी, लेकिन ਉਹਦੀ ਜ਼ਰੂरत ਤਾਂ पूरी होगी जे साडा पूरा सिख मैरिज एक्ट इस देश की पार्लीमेंट विच प्रवान होगा तो अलहदा कानून बनेगा। और इत्थे मैं थोड़ा जिहा बादल दे टब्बर नूं गुनाहगार समझदा वां, क्योंकि तुहानूं याद होवेगा कि 1980 के दहाके दे विच एक बहुत वड्डी मूवमेंट चलाई सी उस वक्त दे श्रोमणी अकाली दल ने कि आर्टिकल 25 जिहड़ा कॉन्स्टिट्यूशन दा ਉਹਦੇ ਵਿੱਚ ਕਲੌਜ਼ ਸ਼ਾਇਦ 20 ਆ, ਉਹਦੀ ਅਮੈਂਡਮੈਂਟ ਹੋਣੀ ਚਾਹੀਦੀ ਆ ਤਾਂ ਕਿ ਸਿੱਖਾਂ ਨੂੰ ਇੱਕ ਵੱਖਰਾ ਧਰਮ ਮੰਨਿਆ ਜਾਵੇ, ਸਿੱਖਾਂ ਨੂੰ ਇੱਕ ਅਲੱਗਾ ਕੌਮ ਮੰਨਿਆ ਜਾਵੇ, ਕਿਉਂਕਿ ਅੱਜ ਵੀ ਸਾਰੇ ਦੇਸ਼ ਦੇ ਸੰਵਿਧਾਨ ਦੇ ਵਿੱਚ ਹਲੇ ਸਿੱਖ ਹਿੰਦੂ ਧਰਮ ਦਾ ਹਿੱਸਾ ਹੀ ਮੰਨਿਆ ਜਾ ਰਹੇ ਨੇ। ਆਪਾਂ ਜੋ ਮਰਜ਼ੀ ਕਹੀ ਜਾਈਏ, ਔਰ ਇਹ ਮੈਂ ਸਮਝਦਾ ਬੜੀ ਵਾਜਬ ਗੱਲ ਸੀਗੀ, ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ 1699 ਵਿੱਚ ਜਦੋਂ ਗੁਰੂ ਖਾਲਸੇ ਦੀ ਸਿਰਜਣਾ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਸਾਨੂੰ ਅਲੱਗਾ ਕਰ ਦਿੱਤਾ ਇਨ ਦ ਸੈਂਸ ਕਿ ਸਾਡਾ ਮਰਨਾ ਜੰਮਣਾ, ਸਾਡਾ ਰੀਤੀ ਰਿਵਾਜ, ਉੱਠਣਾ ਬੈਠਣਾ, ਖਾਣਾ ਪਹਿਨਣਾ, ਉਹ ਸਾਰਾ ਜਿਹੜਾ ਇੱਕ ਸੈਪਰੇਟ ਹੈ, ਇੱਕ ਜਿੱਦਾਂ ਸੈਪਰੇਟ ਧਰਮ ਹੁੰਦਾ ਵਾ। ਲੇਕਿਨ ਉਹਦੀ ਪ੍ਰਵਾਨਗੀ ਇਸ ਲਈ ਨਹੀਂ ਮਿਲੀ ਕਿਉਂਕਿ ਬਾਦਲ ਸਾਹਿਬ ਨੂੰ ਬੀਜੇਪੀ ਦੇ ਨਾਲ ਸਮਝੌਤਾ ਹੋ ਗਿਆ, ਔਰ ਸਮਝੌਤੇ ਦੇ ਤਹਿਤ ਸੱਤਾ ਦੇ ਵਿੱਚ ਭਾਈਵਾਲ ਬਣ ਗਏ, ਮਿਨਿਸਟਰ ਬਣ ਗਏ। ਜਿੰਨੀਆਂ ਮੰਗਾਂ ਸੀ, ਕੱਲੀਆਂ ਆਰਟੀਕਲ 25 ਦੀ ਅਮੈਂਡਮੈਂਟ ਨਹੀਂ, ਬਲਕਿ ਜਿਹੜੀਆਂ ਚੰਡੀਗੜ੍ਹ ਨੂੰ ਪੰਜਾਬ ਮਿਲਣਾ ਚਾਹੀਦਾ ਸੀਗਾ, ਪੰਜਾਬੀ ਬੋਲਦੇ ਇਲਾਕੇ ਮਿਲਣੇ ਚਾਹੀਦੇ ਸੀ, ਪੰਜਾਬ ਦੇ ਪਾਣੀਆਂ ਦਾ ਵੱਡਾ ਝਗੜਾ, ਸਾਰਾ ਕੁਝ ਇਹਨਾਂ ਨੇ ਜਿਹੜਾ ਸੀਗਾ ਉਹਨੂੰ ਤਲਾਂਜਲੀ ਦੇ ਦਿੱਤੀ, ਜਿਹਦੇ ਕਰਕੇ ਅੱਜ ਅਸੀਂ ਕੀ ਕਹਿੰਦੇ ਹੁੰਦੇ ਵੀ ਆਰ ਬੈਕ ਟੂ ਸਕੁਅਰ 1, ਉੱਥੇ ਖੜੇ ਜਿੱਥੇ ਪਹਿਲਾਂ ਖੜੇ ਸੀਗੇ। ਪਰ ਆ ਜਿਹੜਾ ਆਨੰਦ ਮੈਰਿਜ ਐਕਟ ਦਾ ਭਗਵੰਤ ਮਾਨ ਨੇ ਗੱਲ ਕਹੀ ਹੈ, ਇਹਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਮੈਂ ਸਿਰਫ ਰਜਿਸਟ੍ਰੇਸ਼ਨ ਦੀ ਗੱਲ ਕਰ ਰਿਹਾ ਵਾਂ ਜਾਂ ਮੈਂ ਪੂਰਾ, ਅਗਰ ਚਾਹੇ ਭਗਵੰਤ ਸਿੰਘ ਮਾਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਕਾਇਦਾ ਰੈਜ਼ੋਲੂਸ਼ਨ ਪਾਸ ਕਰ ਸਕਦਾ ਵਾ ਕਿ ਇੱਕ ਸਾਨੂੰ ਫੁੱਲ ਫਲੇਜਡ ਸਿੱਖ ਮੈਰਿਜ ਐਕਟ ਬਣਾਉਣਾ ਚਾਹੀਦਾ ਵਾ, ਜਿਹਦੇ ਨਾਲ ਇੱਕ ਸਾਡੀ ਅਲੱਗਾ ਪਹਿਚਾਣ ਬਣੇ, ਸਾਡਾ ਅਲੱਗਾ ਕਾਨੂੰਨ ਬਣੇ, ਸਾਡੇ ਲਈ ਅਲੱਗਾ ਅਦਾਲਤਾਂ ਬਣਨ, ਤਾਂ ਕਿ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ। ਪਰ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਦੇ ਹੁੰਦਿਆਂ ਜਿਹੜਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਿਹਾ, ਉਹਨਾਂ ਹਾਲਾਤਾਂ ਵਿੱਚ ਭਗਵੰਤ ਮਾਨ ਵਿੱਚ ਇਹ ਜਾਨ ਹੈ। ਅਗਰ ਉਹ ਰੈਜ਼ੋਲੂਸ਼ਨ ਵਿਧਾਨ ਸਭਾ ਦੇ ਵਿੱਚ ਪਾਸ ਹੋਵੇ ਤਾਂ ਉਹਦਾ ਵਜ਼ਨ ਬਣੇਗਾ, ਦੇਸ਼ ਦੀ ਪਾਰਲੀਮੈਂਟ ਵਿੱਚ ਸਾਡੀਆਂ ਜਜ਼ਬਾਤ ਨੇ ਉੱਥੇ ਪਹੁੰਚਣਗੇ ਕਿ ਸਿੱਖ ਜਿਹੜੇ ਨੇ ਉਹ ਅਲੱਗਾ ਇੱਕ ਆਪਣੇ ਆਨੰਦ ਕਾਰਜ ਦਾ ਐਕਟ ਚਾਹੁੰਦੇ ਨੇ। ਪਰੰਤੂ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਆਉਣ ਵਾਲੇ ਦਿਨਾਂ 'ਚ ਕਰ ਸਕਦਾ ਕਿ ਨਹੀਂ ਕਰ ਸਕਦਾ। ਅਗਰ ਨਹੀਂ ਕਰ ਸਕਦਾ, ਇਹਦਾ ਮਤਲਬ ਇਹ ਬਿਆਨ ਸਾਰੇ ਐਵੇਂ ਦੇਣ ਦਾ ਸਿਰਫ ਨੰਬਰ ਬਣਾਉਣ ਦੀ ਖਾਤਰ ਇਦਾਂ ਦੇ ਬਿਆਨ ਛੱਡ ਦਿੰਦੇ ਨੇ ਲੀਡਰ। ਇਸ ਕਰਕੇ ਮੈਂ ਅੱਜ ਤੁਹਾਡੇ ਨਾਲ ਆਨੰਦ ਕਾਰਜ ਸਿੱਖ ਮੈਰਿਜ ਐਕਟ ਦੇ ਮੁਤਲਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਗਰ ਤੁਹਾਨੂੰ ਲੱਗਦਾ ਕਿ ਮੇਰੀਆਂ ਗੱਲਾਂ ਠੀਕ ਨੇ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਔਰ ਮੈਂ ਹਮੇਸ਼ਾ ਕਹਿਣਾ, ਅੱਜ ਵੀ ਕਹਿ ਦੇਣਾ, ਬੋਕਰ ਵਾਲੇ ਕਿਰਪਾ ਕਰਕੇ ਇਸ ਸਾਡੀ ਵੀਡੀਓ ਤੋਂ ਦੂਰ ਰਹਿਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।